जीएनयू प्यारे विद्यार्थियों 10th क्लास की इंग्लिश की बुक इंग्लिश लिटरेचर बुक सप्लीमेंट्री रीडर लैसन नंबर 1 बैड नंबर 29 इस लैसन की रीडिंग एंड एक्सप्लेनेशन की तीसरी ਅਤੇ आखिरी किश्त। सो वीडियो ਨੂੰ बड़े ध्यान ਦੇ ਨਾਲ सुनो ਅਤੇ ਔਖੇ ਸ਼ਬਦਾਂ ਦੇ ਅਰਥ ਜਿਹੜੇ ਦੱਸੇ ਜਾਣਗੇ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਉਹਨਾਂ ਨੂੰ ਕੰਠ ਕਰ ਲਓ ਤਾਂ ਕਿ ਮਗਰੋਂ ਦੀ ਕੁਐਸਚਨ ਆਨਸਰਸ ਦਾ ਸੈਕਸ਼ਨ ਜਿਹੜਾ ਹੈ ਉਹ ਕਰਨ ਵਿੱਚ ਤੁਹਾਨੂੰ ਬੜਾ ਸੌਖਾ ਲੱਗੇਗਾ। ਠੀਕ ਹੈ ਜੀ। ਸੋ ਆਓ ਸ਼ੁਰੂ ਕਰੀਏ। ਸੋ ਦੂਸਰੀ ਕਿਸ਼ਤ ਅਸੀਂ ਇੱਥੇ ਛੱਡੀ ਸੀ ਕਿ ਉਹ ਕਹਿੰਦਾ ਕਿ ਹੀ ਟਰਾਈਡ ਟੂ ਪਰਸੂਏਡ ਮੀ, ਨਈਮ ਨੇ ਕਿਹਾ ਤੂੰ ਪੈਸੇ ਲੈ ਲੈ ਮੇਰੇ ਕੋਲੋਂ ਤੇ ਆਪਰੇਸ਼ਨ ਕਰਾ ਲੈ, ਬਟ ਆਈ ਡਿਡਨਟ ਲਿਸਨ ਤੇ ਮੈਂ ਉਹਦੀ ਨਹੀਂ ਮੰਨੀ। ਠੀਕ ਹੈ, ਉਹਨੇ ਮਨਾ ਕਰਤਾ। ਬੜੇ ਆਪਣੇ ਆਦਰ ਸਤਿਕਾਰ ਦੇ ਨਾਲ ਉਹਦਾ ਧੰਨਵਾਦ ਕੀਤਾ ਵੀ ਤੂੰ ਮੈਨੂੰ ਪੈਸੇ ਦੀ ਮਦਦ ਦੇਣ ਦਾ ਯਤਨ ਕਰ ਰਿਹਾ, ਪਰ ਮੈਂ ਕਦੀ ਭੀਖ ਨਹੀਂ ਮੰਗੀ, ਨਾ ਮੈਂ ਮੰਗਾਂਗਾ ਤੇ ਮੈਨੂੰ ਪੈਸੇ ਤੇਰੇ ਨਹੀਂ ਚਾਹੀਦੇ। ਠੀਕ ਹੈ। ਸੋ ਵਨ ਆਫਟਰਨੂਨ, ਇੱਕ ਦੁਪਹਿਰ, ਨਈਮ ਕੇਮ ਰਨਿੰਗ ਟੂ ਮਾਈ ਬੈਡ। ਨਈਮ ਦੌੜਦਾ ਦੌੜਦਾ ਮੇਰੇ ਬੈੱਡ ਵੱਲ ਆਇਆ। ਕਹਿੰਦਾ ਲਿਸਨ ਓਲਡ ਫੈਲੋ, ਕਹਿੰਦਾ ਹੇ ਬੇਬੀ ਓਲਡ ਫੈਲੋ ਗੱਲ ਸੁਣ। ਦੇਅਰ ਇਜ਼ ਅ ਫਰੈਂਡ ਆਫ ਮਾਈਂਡ, ਮੇਰਾ ਇੱਕ ਮਿੱਤਰ ਹੈ। ਹੂ ਇਜ਼ ਐਨ ਆਰਟ ਲਵਰ, ਉਹ ਕਲਾ ਦਾ ਪ੍ਰੇਮੀ ਹੈ। ਹੀ ਵਾਂਟਸ ਟੂ ਬਾਏ ਯੂਅਰ ਪੇਂਟਿੰਗਸ, ਉਹ ਤੇਰੀਆਂ ਤਸਵੀਰਾਂ ਨੂੰ, ਤੇਰੀਆਂ ਪੇਂਟਿੰਗਸ ਨੂੰ ਖਰੀਦਣਾ ਚਾਹੁੰਦਾ ਹੈ। ਤੇ ਜਿਲੇ ਦਾ ਬੋਲਿਆ ਤੇ ਮੈਂ ਫਿਰ ਅੱਗੇ ਜਵਾਬ ਦਿੱਤਾ। ਆਥਰ ਕਹਿੰਦਾ ਹਾਊ ਕੈਨ ਦੈਟ ਬੀ, ਇਹ ਕਿਵੇਂ ਹੋ ਸਕਦਾ ਹੈ। ਦੇ ਮਸਟ ਬੀ ਆਫੁਲ, ਉਹ ਪੇਂਟਿੰਗਸ ਤੇ ਬੜੀਆਂ ਬੇਕਾਰ ਹੋਣਗੀਆਂ, ਬੜੀਆਂ ਵੀ ਇੰਨੀਆਂ ਵਧੀਆ ਨਹੀਂ ਹੋਣਗੀਆਂ, ਕਿਉਂਕਿ ਮੈਂ ਤੇ ਅੰਨਾ ਹੈਗਾ ਤੇ ਜਿੱਦਾਂ ਤੂੰ ਦੱਸਿਆ ਉਹਦੇ ਹਿਸਾਬ ਨਾਲ ਬਣਾਈਆਂ। ਆਫੁਲ ਮੈਨੇ ਬੜੀ ਬੇਕਾਰ ਹੋਣਗੀਆਂ। ਆਈ ਥੋਟ, ਮੈਨੂੰ ਇੱਦਾਂ ਲੱਗਿਆ ਵੀ ਇਹ ਕਿਵੇਂ ਹੋ ਸਕਦਾ, ਇਹ ਕੋਈ ਮੇਰੀਆਂ ਤਸਵੀਰਾਂ ਖਰੀਦਣਾ ਚਾਹੇਗਾ ਜਿਹੜੀਆਂ ਮੈਂ ਬਿਨਾਂ ਅੱਖਾਂ ਤੋਂ, ਬਿਨਾਂ ਦ੍ਰਿਸ਼ਟੀ ਤੋਂ ਅੰਨੇ ਹੋਏ ਨੇ ਬਣਾਈਆਂ। ਤੇ ਜੋ ਨੇਮ ਨੇ ਮੈਨੂੰ ਦੱਸਿਆ ਉਹਦੇ ਨਾਲ ਅੰਦਾਜ਼ੇ ਲਾ ਕੇ ਮੈਂ ਲਕੀਰਾਂ ਖਿੱਚੀਆਂ ਤੇ ਆਈ ਥੋਟ ਵੀ ਮੈਂ ਇੱਦਾਂ ਸੋਚਿਆ ਕਿਵੇਂ ਹੋ ਸਕਦਾ। ਫਿਰ ਅੱਗੇ ਉਹਨੇ ਕਿਹਾ ਹੀ ਇਜ਼ ਰਿਚ, ਉਹ ਅਮੀਰ ਹੈਗਾ। ਵੀ ਕੈਨ ਸਟ੍ਰਾਈਕ ਅ ਬਾਰਗਨ, ਸਟ੍ਰਾਈਕ ਅ ਬਾਰਗਨ ਮੈਨੇ ਵੀ ਅਸੀਂ ਇੱਕ ਬੜਾ ਵਧੀਆ ਸੌਦਾ ਉਹਨਾਂ ਮਾਰ ਸਕਦੇ ਹਾਂ, ਅਰਥਾਤ ਡੀਲ ਕਰ ਸਕਦੇ ਹਾਂ ਵੀ ਸਾਡੇ ਕੋਲ ਪੈਸੇ ਫਿਰ ਆ ਜਾਣਗੇ। ਆਈ ਕਨਸੈਂਟਡ, ਕਨਸੈਂਟ ਹੁੰਦਾ ਹੈ ਆਪਣੀ ਸਹਿਮਤੀ ਦੇਣੀ। ਆਈ ਕਨਸੈਂਟਡ ਮੈਨੇ ਆਈ ਐਗਰੀਡ, ਮੈਂ ਸਹਿਮਤ ਹੋ ਗਿਆ। ਐਂਡ ਨੇਮ ਡਾਂਸਡ ਅਰਾਊਂਡ ਦਾ ਰੂਮ ਵਿਦ ਜੋਏ, ਤੇ ਜਿਹੜਾ ਨੇਮ ਸੀਗਾ ਉਹ ਖੁਸ਼ੀ ਦੇ ਨਾਲ ਕਮਰੇ ਵਿੱਚ ਨੱਚਣ ਲੱਗ ਗਿਆ। ਨੈਕਸਟ ਡੇ, ਅਗਲੇ ਦਿਨ, ਹੀ ਹੈਂਡਡ ਮੀ ਸਮ ਕ੍ਰਿਸਪ ਬੈਂਕ ਨੋਟਸ, ਕ੍ਰਿਸਪ ਉਹਨੇ ਕਰਾਰੇ, ਬੜੀ ਕਰੜੇ ਜੇ, ਉਹਨੇ ਕਰਾਰੇ ਮੈਨੂੰ ਕੁਝ ਬੈਂਕ ਦੇ ਨੋਟ ਦਿੱਤੇ ਅਗਲੇ ਦਿਨ। ਮਾਈ ਹੈਪੀਨੈਸ ਨਿਊ ਨੋ ਬਾਉਂਡਸ, ਮੇਰੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਨਿਊ ਬਾਉਂਡਸ ਹੁੰਦੀ ਬੱਚੋ ਹੱਦਬੰਦੀ, ਵੀ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਅੰਗਰੇਜ਼ੀ ਪੰਜਾਬੀ 'ਚ ਅਸੀਂ ਕਹਿ ਦਿੰਦੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ, ਤੇ ਉਹਦੇ ਵਿੱਚ ਇੰਗਲਿਸ਼ ਬੋਲਾਂਗੇ ਮਾਈ ਹੈਪੀਨੈਸ ਨਿਊ ਨੋ ਬਾਉਂਡਸ। ਬਾਉਂਡ ਹੁੰਦੀ ਹੈ ਹੱਦਬੰਦੀਆਂ, ਮੇਰੀ ਖੁਸ਼ੀ ਨੇ ਕੋਈ ਹੱਦਬੰਦੀ ਨਾ ਜਾਣੀ, ਅਰਥਾਤ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ, ਬੇਹਿਸਾਬਾ ਖੁਸ਼ ਹੋਇਆ। ਹੋਪ ਸੋਡ ਵੰਸ ਅਗੇਨ, ਮੇਰੇ ਅੰਦਰ ਇੱਕ ਆਸ ਮੁੜ ਜਾਗੀ। ਸੋਡ ਮੈਨੇ ਉੱਠੀ, ਜਾਗੀ, ਮੁੜ ਕੇ ਮੇਰੇ ਜਿਹੜੀ ਨਿਰਾਸ਼ਾ ਸੀ ਖਤਮ ਹੋ ਗਈ, ਇੱਕ ਆਸ ਫਿਰ ਜਾਗੀ। ਵੰਸ ਅਗੇਨ, ਇੱਕ ਵਾਰ ਫਿਰ। ਆਈ ਵਾਜ਼ ਲਿਵਿੰਗ ਫॉर ਸਮਥਿੰਗ, ਹੁਣ ਮੈਂ ਕਿਸੇ ਚੀਜ਼ ਲਈ ਜਿਉ ਰਿਹਾ ਸੀਗਾ, ਅਰਥਾਤ ਮੇਰੇ ਵਿੱਚ ਜੀਣ ਦੀ ਚਾਹਤ ਜਿਹੜੀ ਸੀ ਉਹ ਫਿਰ ਜਾਗ ਪਈ। ਆਈ ਟੁਕ ਟੂ ਪੇਂਟਿੰਗ ਅਗੇਨ, ਮੈਂ ਦੁਬਾਰਾ ਫਿਰ ਤਸਵੀਰਾਂ ਬਣਾਉਣੀਆਂ, ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ। ਐਵਰੀ ਮਾਰਨਿੰਗ, ਹਰ ਸਵੇਰ, ਨੇਮ ਵੁੱਡ ਸਿਟ ਬਾਏ ਮਾਈ ਸਾਈਡ, ਨੇਮ ਜਿਹੜਾ ਸੀਗਾ ਉਹ ਮੇਰੇ ਪਾਸੇ ਖੱਬੇ ਸੱਜੇ ਪਾਸੇ ਬਹਿ ਜਾਂਦਾ। ਐਂਡ ਬਿਗਨ ਹਿਜ਼ ਡ੍ਰੀਮੀ ਟੇਲ, ਅਤੇ ਆਪਣੀ ਸੁਪਨਮਈ ਕਹਾਣੀ ਸ਼ੁਰੂ ਕਰ ਦਿੰਦਾ। ਆਈ ਡਰਿਊ ਔਨ ਐਂਡ ਔਨ, ਤੇ ਮੈਂ ਲਕੀਰਾਂ ਖਿੱਚੀ ਗਿਆ। ਦੀ ਅਨਨੋਨ ਬਾਇਰ, ਉਹ ਅਣਜਾਣ ਖਰੀਦਦਾਰ, ਅਪੀਅਰਡ ਆਫ ਐਂਡ ਔਨ, ਕਦੀ ਆਇਆ ਕਦੀ ਗਿਆ, ਮਤਲਬ ਮੈਨੂੰ ਪਤਾ ਨਹੀਂ ਸੀ। ਉਹ ਤੇ ਨੀਮ ਦੇ ਕਹਿ ਰਿਹਾ ਸੀ ਨਾ ਵੀ ਉਹ ਮੇਰਾ ਦੋਸਤ ਹੈਗਾ, ਤੇ ਅਰਥਾਤ ਕਦੀ ਖਰੀਦੇ, ਮਤਲਬ ਥੋੜਾ ਗੈਪ ਪੈ ਜਾਂਦਾ, ਕਦੀ ਆ ਜਾਂਦਾ ਕਦੀ ਚਲਾ ਜਾਂਦਾ। ਐਂਡ ਬੌਟ ਮਾਈ ਪੇਂਟਿੰਗਸ, ਤੇ ਮੇਰੀਆਂ ਤਸਵੀਰਾਂ ਖਰੀਦੀ ਗਿਆ। ਨੇਮ ਡਿਸਕ੍ਰਾਈਬਡ ਸੀਨਸ ਆਫ ਦੀ 4 ਸੀਜ਼ਨਸ, 4 ਮੁੱਖ ਤੌਰ ਤੇ ਸੀਜ਼ਨ ਹੁੰਦੇ ਨੇ ਬੱਚਿਓ। ਅਸੀਂ ਜਾਣਦੇ ਹਾਂ ਗਰਮੀ ਹੁੰਦੀ ਹੈ, ਸਿਆਲ ਰੁੱਤ ਹੁੰਦੀ ਹੈ, ਫਿਰ ਪਤਝੜ ਹੁੰਦੀ ਹੈ ਤੇ ਬਸੰਤ ਰੁੱਤ ਹੁੰਦੀ ਹੈ। 4 ਰੁੱਤਾਂ ਹੁੰਦੀਆਂ ਹੈ ਨਾ। ਕਹਿੰਦੇ ਨੇਮ ਡਿਸਕ੍ਰਾਈਬਡ ਸੀਨਸ ਆਫ ਦੀ 4 ਸੀਜ਼ਨਸ ਵਿਦ ਸੱਚ ਫੀਲਿੰਗਸ, ਨੇਮ ਨੇ ਜਿਹੜੇ 4 ਮੌਸਮ ਹੁੰਦੇ ਨੇ ਉਹਨਾਂ ਦੇ ਦ੍ਰਿਸ਼ ਇੰਨੇ ਜਜ਼ਬੇ ਦੇ ਨਾਲ, ਇਹੋ ਜਿਹੇ ਭਾਵਨਾਵਾਂ ਦੇ ਨਾਲ, ਜਜ਼ਬਿਆਂ ਦੇ ਨਾਲ ਉਹਨੇ ਉਹਨਾਂ ਦਾ ਵੇਰਵਾ ਦਿੱਤਾ। ਐਸਪੈਸ਼ਲੀ ਦੀ ਸਨਸੈਟ ਵਨਸ, ਖਾਸ ਤੌਰ ਤੇ ਡੁੱਬਦੇ ਸੂਰਜ ਵਾਲੇ, ਪਿੰਕ, ਗੁਲਾਬੀ, ਪਰਪਲ, ਬੈਂਗਣੀ, ਵਾਈਟ, ਚਿੱਟੇ, ਵਾਇਲਟ, ਜਾਮਣੀ, ਐਂਡ ਆਲ ਸ਼ੇਡਸ ਆਫ ਗੋਲਡ,
ਅਰਥਾਤ ਤੇ ਨਾਲ ਫਿਰ ਸੁਨਹਿਰੀ ਰੰਗ ਦੇ ਜਿਹੜੇ ਜਿੰਨੀ ਸ਼ੇਡ ਸੀਗੀਆਂ, ਫਿੱਕੀਆਂ ਗੂੜੀਆਂ, ਉਹ ਸਾਰਿਆਂ ਦੇ ਬਾਰੇ ਉਹਨੇ ਮੈਨੂੰ ਬਹੁਤ ਵੇਰਵੇ ਨਾਲ ਦੱਸਿਆ। ਵਰ ਸਪਲੈਸ਼ਡ ਬਿਫੋਰ ਮਾਈ ਮਾਈਂਡਸ ਆਈਜ਼, ਇਹ ਸਾਰੇ ਰੰਗ ਜਿਹੜੇ ਮੇਰੇ ਮਨ ਦੀਆਂ ਅੱਖਾਂ ਦੇ ਮੂਹਰੇ ਖਿਲਰ ਗਏ। ਆਲ ਮਾਈ ਪੇਂਟਿੰਗਸ ਹੈਡ ਬੀਨ ਬੌਟ, ਮੇਰੀਆਂ ਸਾਰੀਆਂ ਤਸਵੀਰਾਂ, ਸਾਰੇ ਚਿੱਤਰ ਖਰੀਦ ਲਏ ਗਏ। ਐਂਡ ਆਈ ਫਾਊਂਡ ਮਾਈ ਸੈਲਫ ਰੈਡੀ ਫॉर ਦੀ ਥਰਡ ਆਪਰੇਸ਼ਨ, ਤੇ ਮੈਂ ਆਪਣੇ ਆਪ ਨੂੰ ਤੀਜੇ ਆਪਰੇਸ਼ਨ ਲਈ ਤਿਆਰ ਪਾਇਆ, ਅਰਥਾਤ ਮੇਰੇ ਕੋਲ ਇੰਨੇ ਪੈਸੇ ਇਕੱਤਰ ਹੋ ਗਏ। ਆਫਟਰ ਦੀ ਆਪਰੇਸ਼ਨ ਦੇ ਮਗਰੋਂ ਵੈਨ ਆਈ ਰੀਗੇਨਡ ਕੌਨਸ਼ੀਅਸਨੈਸ, ਰੀਗੇਨਡ ਮੈंने ਮੁੜ ਪ੍ਰਾਪਤ ਕੀਤੀ, ਕਿ ਕੌਨਸ਼ੀਅਸਨੈਸ ਮੈंने ਹੋਸ਼, ਕਿਉਂਕਿ ਬੇਹੋਸ਼ ਕਰਕੇ ਆਪਰੇਸ਼ਨ ਕੀਤਾ ਗਿਆ ਸੀਗਾ। ਸੋ ਵੈਨ ਆਈ ਰੀਗੇਨਡ ਕੌਨਸ਼ੀਅਸਨੈਸ, ਅਰਥਾਤ ਜਦੋਂ ਮੈਨੂੰ ਮੁੜ ਹੋਸ਼ ਆਈ, ਆਈ ਵਾਜ਼ ਟੋਲਡ ਨਾਟ ਟੂ ਮੂਵ ਔਰ ਸਪੀਕ ਵਿਦ ਐਨੀਵਨ, ਮੈਨੂੰ ਕਿਹਾ ਗਿਆ ਕਿ ਮੈਂ ਬਿਲਕੁਲ ਹਿਲਜੁਲ ਨਾ ਕਰਾਂ ਅਤੇ ਕਿਸੇ ਨਾਲ ਗੱਲ ਨਾ ਕਰਾਂ। ਵੈਨ ਮਾਈ ਬੈਂਡੇਜ ਵਾਜ਼ ਟੂ ਬੀ ਓਪਨਡ, ਆਈ ਆਸਕਡ ਫॉर ਨਈਮ, ਜਦੋਂ ਮੇਰੀ ਅੱਖਾਂ ਦੀ ਪੱਟੀ ਖੋਲ੍ਹੀ ਜਾਣੀ ਸੀਗੀ, ਮੈਂ ਨਈਮ ਬਾਰੇ ਪੁੱਛਿਆ। ਬਟ ਦੀ ਨਰਸ ਸੈਡ ਹੀ ਵਾਜ਼ ਇਲ, ਪਰ ਨਰਸ ਨੇ ਕਿਹਾ ਉਹ ਬਿਮਾਰ ਸੀ। ਐਂਡ ਕੁਡ ਨਾਟ ਕਮ, ਅਤੇ ਇਸ ਕਰਕੇ ਨਹੀਂ ਆ ਸਕਦਾ ਸੀ। ਦੀ ਡਾਕਟਰ ਰਿਮੂਵਡ ਦੀ ਬੈਂਡੇਜ, ਡਾਕਟਰ ਨੇ ਪੱਟੀ ਲਾਹੀ, ਉਤਾਰੀ। ਐਂਡ ਵੈਨ ਆਈ ਓਪਨਡ ਮਾਈ ਆਈਜ਼, ਤੇ ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ, ਅ ਫਲੈਸ਼ ਆਫ ਲਾਈਟ ਟੋਰ ਥਰੂ ਮਾਈ ਆਈਜ਼, ਚਾਨਣ ਦਾ ਇੱਕ ਲਿਸ਼ਕਾਰਾ ਮੇਰੀ ਅੱਖਾਂ 'ਚੋਂ ਚੀਰਦਾ ਗਿਆ। ਆਈ ਕੁਡ ਸੀ, ਮੈਂ ਦੇਖ ਸਕਦਾ ਸੀ, ਅਰਥਾਤ ਆਥਰ ਦੀ ਲਿਖਾਰੀ ਦੀ ਨਿਗਾਹ ਮੁੜ ਵਾਪਸ ਆ ਗਈ। ਦੇ ਵੀਲਡ ਮੀ ਬੈਕ ਟੂ ਮਾਈ ਰੂਮ, ਵੀਲਡ ਵੀ ਮੈंने ਉਹਦੀ ਵੀਲ ਚੇਅਰ ਹੁੰਦੀ ਹੈ, ਅਰਥਾਤ ਮੈਨੂੰ ਰੇੜ ਕੇ, ਮੇਰੀ ਵੀਲ ਚੇਅਰ ਤੇ ਰੇੜ ਕੇ ਝੂਟੇ ਦੇ ਕੇ ਮੈਨੂੰ ਮੇਰੇ ਕਮਰੇ 'ਚ ਲੈ ਆਏ। ਆਈ ਕਰਾਈਡ, ਮੈਂ ਚੀਕਿਆ, ਨੀਮ ਨੀਮ, ਤੇ ਹੁਣ ਮੈਂ ਹਾਕਾਂ ਮਾਰੀਆਂ ਉੱਚੀ ਉੱਚੀ, ਨੀਮ ਨੀਮ ਕਿੱਥੇ ਹੈ ਤੂੰ? ਪਿਆ ਸਿਸਟਰ, ਵੇਅਰ ਇਜ਼ ਨੀਮ? ਤੇ ਨਰਸ ਨੂੰ ਪੁੱਛਿਆ, ਸਿਸਟਰ ਨੀਮ ਕਿੱਥੇ ਹੈਗਾ? ਦੀ ਨਰਸ ਫੇਸ ਟਰਨਡ ਪੇਲ, ਨਰਸ ਦਾ ਚਿਹਰਾ ਪੀਲਾ ਪੈ ਗਿਆ। ਐਜ਼ ਸ਼ੀ ਹੈਂਡਡ ਮੀ ਨੀਮਸ ਲੈਟਰ, ਜਦੋਂ ਉਹਨੇ ਮੈਨੂੰ ਨੀਮ ਵੱਲੋਂ ਲਿਖੀ ਗਈ ਚਿੱਠੀ, ਨੀਮ ਦੀ ਚਿੱਠੀ ਮੇਰੇ ਹੱਥ ਫੜਾਈ। ਤੇ ਫਿਰ ਉਹ ਕਹਿੰਦਾ ਪੜ੍ਹ ਕੇ, ਮਤਲਬ ਕਿ ਦੀ ਗੋਡੈਸ ਆਫ ਆਰਟ ਸਮਾਈਲਡ ਔਨ ਮੀ, ਅਰਥਾਤ ਕਲਾ ਦੀ ਦੇਵੀ ਮੇਰੇ ਤੇ ਮੁਸਕਰਾਈ, ਅਰਥਾਤ ਮੈਨੂੰ ਆਪਰੇਸ਼ਨ ਜੋਗਾ ਬਣਾਇਆ, ਮੈਂ ਤਸਵੀਰਾਂ ਬਣਾਈਆਂ, ਮੇਰੇ 'ਚ ਇੱਕ ਆਸ ਜਾਗੀ, ਮੇਰੇ 'ਚ ਚੜ੍ਹਦੀ ਕਲਾ ਆਈ, ਤਸਵੀਰਾਂ ਵਿਕੀਆਂ, ਨੀਮ ਨੇ ਵਿਕਵਾਈਆਂ, ਪੈਸੇ ਇਕੱਠੇ ਹੋਏ ਤੇ ਮੇਰਾ ਆਪਰੇਸ਼ਨ ਕਾਮਯਾਬ ਹੋ ਗਿਆ। ਤੇ ਕਹਿੰਦਾ ਦੀ ਗੋਡੈਸ ਆਫ ਆਰਟ ਸਮਾਈਲਡ ਔਨ ਮੀ, ਅਰਥਾਤ ਕਲਾ ਦੀ ਦੇਵੀ ਮੇਰੇ ਤੇ ਮੁਸਕਰਾਈ, ਅਰਥਾਤ ਮੇਰੇ ਹੱਕ ਵਿੱਚ ਨਿਤਰੀ। ਐਂਡ ਦੈਨ ਐਜ਼ ਕੁਇਕਲੀ ਐਜ਼ ਸ਼ੀ ਹੈਡ ਕਮ ਸ਼ੀ ਵੈਨਿਸ਼ਡ, ਤੇ ਜਿੰਨੀ ਤੇਜ਼ੀ ਦੇ ਨਾਲ ਉਹ ਆਈ ਸੀਗੀ, ਉਨੀ ਤੇਜ਼ੀ ਦੇ ਨਾਲ ਉਹ ਅਲੋਪ ਹੋ ਗਈ, ਅਰਥਾਤ ਜਿਹੜੀ ਖੁਸ਼ੀ ਆਈ ਸੀਗੀ ਇੱਕੋਦਮ ਗਮ ਵਿੱਚ ਬਦਲ ਗਈ। ਕਿਉਂ ਗਮ ਵਿੱਚ ਬਦਲ ਗਈ? ਹੁਣ ਇੱਥੇ ਪਤਾ ਲੱਗੇਗਾ। ਕਹਿੰਦੇ ਮੈਡ ਵਿਦ ਗਰੀਫ, ਦੁੱਖ ਨਾਲ ਪਾਗਲ ਹੋਇਆ। ਆਈ ਰਸ਼ ਟੂ ਦਾ ਕਪਬੋਰਡ, ਮੈਂ ਆਪਣੀ ਅਲਮਾਰੀ ਵੱਲ, ਜਿੱਦਾਂ ਬੈੱਡ ਹੁੰਦਾ ਤੇ ਬੈੱਡ ਦੇ ਨਾਲ ਇੱਕ ਅਲਮਾਰੀ ਦਿੱਤੀ ਹੁੰਦੀ ਜਿਸ 'ਚ ਬੰਦੇ ਆਪਣੇ ਸਮਾਨ ਨਿੱਜੀ ਰੱਖ ਲੈਂਦੇ ਨੇ ਹਸਪਤਾਲਾਂ ਵਿੱਚ, ਸੋ ਉਹਨੂੰ ਕਪਬੋਰਡ ਕਹਿ ਦਿੰਦੇ, ਛੋਟੀ ਅਲਮਾਰੀ। ਕਹਿੰਦੇ ਮੈਂ ਦੌੜ ਕੇ ਆਪਣੀ ਕਪਬੋਰਡ ਵੱਲ ਗਿਆ, ਐਂਡ ਦੇਅਰ ਲੇ ਆਲ ਮਾਈ ਪੇਂਟਿੰਗਸ, ਤੇ ਮੈਂ ਕਪਬੋਰਡ ਦੇਖਿਆ, ਉਹ ਸਾਰੀਆਂ ਪੇਂਟਿੰਗਾਂ ਜਿਹਦੇ ਬਾਰੇ ਮੈਨੂੰ ਇਹ ਵਿਚਾਰ ਸੀਗਾ ਕਿ ਉਹ ਨਈਮ ਨੇ ਵਿਕਵਾ ਦਿੱਤੀਆਂ ਸੀਗੀਆਂ, ਉਹਦਾ ਕੋਈ ਅਮੀਰ ਖਰੀਦਦਾਰ ਦੋਸਤ ਸੀ, ਕਲਾ ਦਾ ਪ੍ਰੇਮੀ, ਉਹਨੇ ਖਰੀਦ ਲਈਆਂ ਸੀ, ਉਹ ਸਾਰੀਆਂ ਪੇਂਟਿੰਗਾਂ ਉੱਥੇ ਪਈਆਂ ਸੀਗੀਆਂ। ਮੇਅਰ ਮਾਸਿਸ ਆਫ ਹੈਪਹਜ਼ਰਡ ਹੁੰਦੇ ਬੇਤਰਤੀਬੀਆਂ, ਲਾਈਨਸ ਵਿਦਾਊਟ ਐਨੀ ਕਲਰ, ਬਿਨਾਂ ਕਿਸੇ ਰੰਗ ਤੋਂ ਬੇਤਰਤੀਬੀਆਂ ਲਕੀਰਾਂ ਦਾ ਉਹ ਢੇਰ ਸੀਗੇ, ਹੋਰ ਕੁਝ ਨਹੀਂ ਸੀਗੇ। ਮਤਲਬ ਕਿ ਉਹ ਨੇਮ ਇੰਨਾ ਚੰਗਾ ਸੀ, ਉਹ ਸਿਫਤਾਂ ਕਰਦਾ ਰਿਹਾ ਵੀ ਤੂੰ ਤੇ ਬਹੁਤ ਵਧੀਆ ਬਣਾਈ ਹੈ, ਪਰ ਉਹ ਵਿਚਾਰਾ ਤੇ ਅੱਖਾਂ ਤੋਂ ਬਿਨਾਂ ਸੀਗਾ, ਉਹਨੂੰ ਦੀਦੇ ਕੁਝ ਨਹੀਂ ਸੀਗਾ। ਉਹ ਅੰਦਾਜ਼ੇ ਨਾਲ ਕਰਦਾ ਗਿਆ। ਕਹਿੰਦੇ ਨਾ ਉਹ 'ਚ ਕੋਈ ਰੰਗ ਸੀਗੇ ਤੇ ਉਹ ਬੇਤਰਤੀਬੀਆਂ ਲਕੀਰਾਂ ਦੇ ਢੇਰ ਸੀ ਉਹ ਪੇਂਟਿੰਗਾਂ, ਜਿਹਨੂੰ ਮੈਂ ਸਮਝਦਾ ਸੀ ਮੇਰੀਆਂ ਪੇਂਟਿੰਗਾਂ ਬਹੁਤ ਵਧੀਆ ਨੇ। ਦੀ ਨਰਸ ਸਪੋਕ, ਉਹਨੂੰ ਨਰਸ ਬੋਲੀ, ਕਹਿੰਦੇ ਹੀ ਵਾਜ਼ ਅ ਵੈਰੀ ਗ੍ਰੇਟ ਮੈਨ, ਉਹ ਨਈਮ ਜਿਹੜਾ ਸੀਗਾ ਇੱਕ ਬੜਾ ਮਹਾਨ ਆਦਮੀ ਸੀਗਾ। ਵਿਦ ਆਲ ਹਿਜ਼ ਮਨੀ ਹੀ ਬੌਟ ਦੀਜ਼ ਪੇਂਟਿੰਗਸ, ਆਪਣੇ ਸਾਰੇ ਪੈਸੇ ਦੇ ਨਾਲ ਉਹਨੇ ਇਹ ਸਾਰੀਆਂ ਤਸਵੀਰਾਂ ਪੇਂਟਿੰਗਾਂ ਖਰੀਦੀਆਂ। ਮਤਲਬ ਬਹਾਨਾ ਲਾਇਆ ਕਿ ਮੇਰਾ ਇੱਕ ਦੋਸਤ ਹੈਗਾ, ਅਮੀਰ ਹੈਗਾ, ਉਹਦੀ ਮਦਦ ਕਰਨਾ ਚਾਹੁੰਦਾ ਸੀ ਨਾ। ਉਹਨੇ ਕਿਹਾ ਤੂੰ ਮੇਰੇ ਪੈਸੇ ਲੈ ਲੈ ਤੇ ਆਪਰੇਸ਼ਨ ਕਰਾ ਲੈ, ਤੇ ਉਹ ਆਥਰ ਨੇ ਕਿਹਾ ਵੀ ਨਹੀਂ, ਮੈਂ ਤੇ ਭੀਖ ਕਦੀ ਮੰਗੀ ਨਹੀਂ, ਨਾ ਮੈਂ ਮੰਗਾਂਗਾ, ਤੇਰਾ ਧੰਨਵਾਦ, ਤੂੰ ਮੈਨੂੰ ਆਪਣੇ ਪੈਸੇ ਦੇਣ ਦੀ ਮਦਦ ਕੀਤੀ, ਪਰ ਮੈਨੂੰ ਪੈਸੇ ਨਹੀਂ ਲੈਣੇ। ਫਿਰ ਉਹਨੇ ਇਹ ਕਾਰਡ ਕੱਢੀ, ਉਹਨੇ ਜੁਗਾੜ ਕੀਤਾ ਕਿ ਮੇਰਾ ਇੱਕ ਦੋਸਤ ਹੈਗਾ, ਬੜਾ ਅਮੀਰ ਹੈ, ਕਲਾ ਦਾ ਪ੍ਰੇਮੀ ਹੈ, ਤੇਰੀਆਂ ਤਸਵੀਰਾਂ ਖਰੀਦਣੀਆਂ ਚਾਹੁੰਦਾ ਹੈ। ਅਸਲ ਵਿੱਚ ਕੋਈ ਦੋਸਤ ਸੀਗਾ ਹੀ ਨਹੀਂ ਉਹਦਾ। ਸੋ ਉਹ ਸਾਰੀਆਂ ਤਸਵੀਰਾਂ ਖਰੀਦਣ ਦਾ ਬਹਾਨਾ ਕਰੀ ਗਿਆ ਕਿ ਉਹਨੂੰ ਵੇਚਦਾ ਪਿਆ ਮੈਂ ਆਪਣੇ ਦੋਸਤ ਨੂੰ, ਤੇ ਉਹਨੂੰ ਪੈਸੇ ਆਪਣੇ ਫੜਾਈ ਗਿਆ। ਸੋ ਵਿਦ ਆਲ ਹਿਜ਼ ਮਨੀ ਹੀ ਬੌਟ ਦੀਜ਼ ਪੇਂਟਿੰਗਸ ਐਂਡ ਮੂਵਡ ਆਊਟ ਆਫ ਦੀ ਹਸਪੀਟਲ ਵੈਨ ਹੀ ਕੁਡਨਟ ਅਫੋਰਡ ਇਟ। ਤੇ ਜਦੋਂ ਕੋਲ ਸਾਰੇ ਪੈਸੇ ਮੁੱਕ ਗਏ, ਜਦੋਂ ਹੋਰ ਤਸਵੀਰਾਂ ਖਰੀਦਣ ਜੋਗਾ ਨਹੀਂ ਰਿਹਾ,
ਤੇ ਉਹ ਹਸਪਤਾਲ ਛੱਡ ਕੇ ਹਸਪਤਾਲ ਤੋਂ ਉਹਨੇ ਛੁੱਟੀ ਲੈ ਲਈ। ਹੀ couldn't have his third operation, ਉਹ ਆਪਣਾ ਤੀਜਾ ਆਪਰੇਸ਼ਨ ਨਾ ਕਰਾ ਸਕਿਆ। ਹੁਣ ਉਹਦੇ ਬਾਰੇ ਨਰਸ ਕਹਿ ਰਹੀ ਹੈ ਨਈਮ ਦੇ ਬਾਰੇ ਕਿ ਉਹ ਆਪਣਾ ਤੀਜਾ ਆਪਰੇਸ਼ਨ ਨਾ ਕਰਾ ਸਕਿਆ। ਹੁਣ ਆਈ ਬੋਲਿਆ, ਆਈ ਕਹਿੰਦਾ ਵਾਟ, ਕੀ? ਆਈ ਕਰਾਈਡ, ਮੈਂ ਚੀਕਿਆ। ਵਾਟ ਆਪਰੇਸ਼ਨ, ਕਿਹੜਾ ਆਪਰੇਸ਼ਨ? ਵਾਟ ਆਪਰੇਸ਼ਨ, ਕੀ ਆਪਰੇਸ਼ਨ? ਵਿਚ ਆਪਰੇਸ਼ਨ, ਕਿਹੜਾ ਆਪਰੇਸ਼ਨ? ਕਿ ਮੈਂ ਹੈਰਾਨ ਹੋ ਕੇ ਪੁੱਛਿਆ। ਕਹਿੰਦਾ ਵਾਈ, ਕਿਉਂ? ਹੁਣ ਨਰਸ ਬੋਲ ਰਹੀ ਹੈ, ਸ਼ੀ ਸੈਡ, ਦੇਖੋ ਵਾਈ, ਕਿਉਂ? ਹਿਜ਼ ਆਈਜ਼, ਉਹਦੀਆਂ ਅੱਖਾਂ, ਆਫ ਕੋਰਸ, ਨਿਸ਼ਚੇ ਤੌਰ ਤੇ, ਹੀ ਵਾਜ਼ ਬਲਾਈਂਡ, ਵੀ ਤੈਨੂੰ ਪਤਾ ਨਹੀਂ ਉਹ ਤੇ ਅੰਨਾ ਸੀਗਾ, ਉਹਦੀ ਅੱਖਾਂ ਦਾ ਆਪਰੇਸ਼ਨ ਹੋਣਾ ਸੀਗਾ, ਉਹ ਅੰਨਾ ਸੀਗਾ। ਆਈ ਵਾਜ਼ ਅਨਏਬਲ ਟੂ ਮੂਵ ਫॉर ਸਮ ਟਾਈਮ, ਕੁਝ ਸਮੇਂ ਲਈ ਤੇ ਮੈਂ ਬੁੱਤ ਬਣ ਗਿਆ, ਮੈਂ ਬਿਲਕੁਲ ਜੜ ਹੋ ਗਿਆ, ਹਿੱਲ ਨਾ ਸਕਿਆ। ਟੀਅਰਸ ਬਲਾਈਂਡਡ ਮਾਈ ਆਈਜ਼, ਅੱਖਾਂ ਦੇ ਹੰਝੂਆਂ ਨੇ ਮੇਰੀ ਅੱਖਾਂ ਭਰ ਦਿੱਤੀਆਂ, ਅਰਥਾਤ ਵੀ ਹੰਝੂਆਂ ਨਾਲ ਅੱਖਾਂ ਇੱਦਾਂ ਭਰ ਗਈਆਂ ਕਿ ਵੀ ਮੈਨੂੰ ਧੁੰਦਲਾ ਨਜ਼ਰ ਆਉਣ ਲੱਗਿਆ, ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਟੀਅਰਸ ਬਲਾਈਂਡਡ ਮਾਈ ਆਈਜ਼। ਅੰਡਰ ਹਿਜ਼ ਪਿੱਲੋ ਵਰ 4 ਪੇਂਟਿੰਗਸ, ਉਹਦੇ ਸਰਾਣੇ ਥੱਲੇ 4 ਤਸਵੀਰਾਂ ਸਨ, ਪੇਂਟਿੰਗ ਸੀਗੀਆਂ। ਹੀ ਹੈਡ ਪੇਂਟਡ ਆਫ ਦੀ 4 ਸੀਜ਼ਨਸ ਬਿਫੋਰ ਹੀ ਵਾਜ਼ ਬਲਾਈਂਡ, ਉਹ ਜਦ ਜਿੱਦਾਂ ਇਹ ਅੰਨਾ ਹੋ ਗਿਆ ਸੀਗਾ, ਉਹ ਵੀ ਕਿਸੇ ਮੌਕੇ ਤੇ ਅੰਨਾ ਹੋਇਆ ਸੀ, ਆਪਰੇਸ਼ਨ ਲਈ ਆਇਆ ਹੋਇਆ ਸੀਗਾ। ਅੰਨੇ ਹੋਣ ਤੋਂ ਪਹਿਲੇ ਜਿਹੜੀਆਂ 4 ਮੌਸਮਾਂ ਦੀਆਂ, ਗਰਮੀ ਦੀ, ਸਰਦੀ ਦੀ, ਪਤਝੜ ਦੀ ਤੇ ਆਪਣਾ ਬਸੰਤ ਰੁੱਤ ਦੀ ਤਸਵੀਰਾਂ ਬਣਾਈਆਂ ਸੀ ਉਹਨੇ, ਉਹ ਸਾਰੀਆਂ 4 ਮੌਸਮਾਂ ਦੀ ਤਸਵੀਰਾਂ ਜਿਹੜੀਆਂ ਸੀਗੀਆਂ ਉਹਦੇ ਸਰਾਣੇ ਥੱਲੇ ਪਈਆਂ ਸੀਗੀਆਂ। ਹੀ ਡਿਸਕ੍ਰਾਈਬਡ ਦੋਜ਼ ਪੇਂਟਿੰਗਸ ਟੂ ਮੀ, ਕਹਿੰਦੇ ਉਹਨੇ ਉਹੀ ਪੇਂਟਿੰਗਾਂ ਦਾ ਵੇਰਵਾ ਮੈਨੂੰ ਦਿੱਤਾ ਸੀਗਾ। ਉਹ ਤਾਂ ਹੀ ਹੈਰਾਨ ਹੋਇਆ ਵੀ ਉਹਨੇ ਇੰਨੇ ਜਜ਼ਬੇ ਦੇ ਨਾਲ ਉਹ 4 ਮੌਸਮਾਂ ਦਾ ਵੇਰਵਾ ਦਿੱਤਾ। ਅਸਲ ਵਿੱਚ ਉਹ ਖੁਦ ਚਿੱਤਰਕਾਰ ਸੀਗਾ ਤੇ ਅੰਨਾ ਹੋਣ ਤੋਂ ਪਹਿਲੇ ਉਹਨੇ ਇਹ 4 ਮੌਸਮਾਂ ਦੇ ਚਿੱਤਰ ਬਣਾਏ ਹੋਏ ਸੀਗੇ। ਇਸੀ ਕਰਕੇ ਉਹ ਇੰਨੇ ਸੋਹਣੇ ਢੰਗ ਦੇ ਨਾਲ, ਇੰਨੀਆਂ ਚੰਗੇ ਜਜ਼ਬੇ ਨਾਲ, ਇੰਨੇ ਚੰਗੇ ਭਾਵਨਾਵਾਂ ਦੇ ਨਾਲ ਉਹਨੇ ਉਹਨਾਂ ਦ੍ਰਿਸ਼ਾਂ ਦਾ ਵੇਰਵਾ ਦਿੱਤਾ। ਹੀ ਡਿਸਕ੍ਰਾਈਬਡ ਦੋਜ਼ ਪੇਂਟਿੰਗਸ ਟੂ ਮੀ, ਉਹਨੇ ਅਸਲ ਵਿੱਚ ਜਿਹੜੇ ਦ੍ਰਿਸ਼ ਉਹਨੇ ਬਣਾਏ ਸੀ ਉਹਦਾ ਹੀ ਵੇਰਵਾ ਮੈਨੂੰ ਦਿੱਤਾ ਸੀ। ਐਂਡ ਟਰਾਈ ਟੂ ਪੇਂਟ ਦੈਮ ਔਨ ਮਾਈ ਕੈਨਵਸ, ਤੇ ਉਹਨੇ ਮੇਰੇ ਕੈਨਵਸ ਤੇ, ਮਤਲਬ ਕਿ ਜੋ ਮੈਂ ਬਣਾਉਣਾ ਚਾਹੁੰਦਾ ਸੀ ਮੇਰੇ ਕੋਲ ਉਹ ਬਣਵਾਉਣ ਦਾ ਮੇਰੇ ਕੈਨਵਸ ਤੇ ਯਤਨ ਕੀਤਾ। ਟੀਅਰਸ ਬਲਾਈਂਡਡ ਮਾਈ ਆਈਜ਼, ਅੱਖਾਂ ਦੇ ਹੰਝੂਆਂ ਨੇ ਮੈਨੂੰ ਅੱਖਾਂ ਨੂੰ, ਮਤਲਬ ਕਿ ਮੈਨੂੰ ਧੁੰਦਲਾ ਕਰ ਦਿੱਤਾ, ਅਰਥਾਤ ਅੱਖਾਂ ਮੇਰੀਆਂ ਹੰਝੂ ਨਾਲ ਭਰ ਗਈਆਂ। ਐਜ਼ ਆਈ ਹੈਲਡ ਹਿਜ਼ ਪੇਂਟਿੰਗਸ ਇਨ ਮਾਈ ਹੈਂਡ, ਤੇ ਮੈਂ ਉਹਦੀਆਂ ਪੇਂਟਿੰਗਸ ਨੂੰ ਹੱਥ ਵਿੱਚ ਖੜਾ, ਮੈਂ ਫੜਿਆ ਹੋਇਆ ਸੀਗਾ ਵੀ ਜਿਵੇਂ ਜਿੱਦਾਂ ਮੈਂ ਉਹਦੀਆਂ ਪੇਂਟਿੰਗਸ ਨੂੰ ਹੱਥ 'ਚ ਖੜਾ ਦੇਖ ਰਿਹਾ ਸੀਗਾ ਤੇ ਮੇਰੀਆਂ ਅੱਖਾਂ ਜਿਹੜੀਆਂ ਸੀਗੀਆਂ ਉਹ ਹੰਝੂਆਂ ਨਾਲ ਭਰ ਗਈਆਂ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਸਟੋਰੀ, ਲੈਸਨ ਨੰਬਰ 1, ਬੈਡ ਨੰਬਰ 29, ਮਨੁੱਖਤਾ ਨਾਲ ਪਿਆਰ, ਇੱਕ ਉਸਾਰੂ ਜਜ਼ਬੇ ਜਿਹਦੇ ਵਿੱਚ ਦਇਆ ਹੈ, ਕੁਰਬਾਨੀ ਹੈ, ਨਿਮਰਤਾ ਹੈ, ਧੀਰਜ ਹੈ। ਤੇ ਦੇਖੋ ਇੱਕ ਮਨੁੱਖ ਮਤਲਬ ਕਿ ਦੇਵਤਿਆਂ ਵਾਲੇ ਕੰਮ ਵੀ ਕਰ ਸਕਦਾ ਹੈ, ਚੰਗੇ ਕੰਮ ਵੀ ਕਰ ਸਕਦਾ, ਆਪਣਾ ਆਪ ਵੀ ਵਾਰ ਸਕਦਾ ਦੂਜੇ ਲਈ, ਤੇ ਦੂਜੇ ਬੰਨੇ ਮਨੁੱਖ ਜਾਨਵਰਾਂ ਵਾਲੇ ਕੰਮ ਕਰੇ ਡਿੱਗ ਵੀ ਸਕਦਾ ਹੈ। ਸੋ ਇਸ ਕਹਾਣੀ ਤੋਂ ਸਾਨੂੰ ਬੱਚਿਓ ਇਨਸਾਨੀਅਤ ਦੇ ਗੁਣਾਂ ਨੂੰ ਪ੍ਰਫੁੱਲਤ ਕਰਨ ਲਈ ਸਾਨੂੰ ਇੱਕ ਬੜੀ ਚੰਗੀ ਪ੍ਰੇਰਨਾ ਮਿਲਦੀ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।